ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ। ਜਿਵੇਂ ਤੁਹਾਨੂੰ ਪਤਾ ਕਿ ਅਸੀਂ ਰੋਜ਼ ਨਵੇਂ ਟੌਪਿਕ ਤੁਹਾਡੀ ਨੌਲੇਜ ਲਈ ਲੈ ਕੇ ਆਉਂਦੇ ਹਾਂ, ਜੋ ਕਿ ਤੁਹਾਡੀ ਆਮ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੇ ਆ। ਸੋ ਅਸੀਂ ਕਈ ਵਾਰ ਕੋਈ ਇਹੋ ਜਿਹੇ ਟੌਪਿਕ ਹੁੰਦੇ ਕਿ ਅਸੀਂ ਉਹਨਾਂ ਬਾਰੇ ਜਾਣਨਾ ਚਾਹੁੰਦੇ ਹਾਂ, ਪਰ ਸਾਨੂੰ ਪਤਾ ਨਹੀਂ ਹੁੰਦਾ, ਸੋਰਸ ਨਹੀਂ ਹੁੰਦੇ। ਸੋ ਪਲੀਜ਼ ਸਭ ਤੋਂ ਪਹਿਲਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ। ਲਾਈਕ ਕਰੋ ਜੀ, ਕੌਮੈਂਟ ਜ਼ਰੂਰ ਕਰਿਓ ਜੀ। ਸੋ ਅੱਜ ਦਾ ਸਾਡਾ ਟੌਪਿਕ ਹੈ ਜੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020, ਨੈਸ਼ਨਲ ਐਜੂਕੇਸ਼ਨ ਪੋਲਿਸੀ 2020। ਰੀਸੈਂਟਲੀ ਜਿਹੜੀ ਸਰਕਾਰ ਨੇ ਕੁਛ ਮਹੀਨੇ ਪਹਿਲਾਂ ਨਵੀਂ ਸਿੱਖਿਆ ਨੀਤੀ ਲਾਗੂ ਕੀਤੀ ਹੈ, ਜੋ ਕਿ ਨਰਸਰੀ ਪ੍ਰੀ ਨਰਸਰੀ ਤੋਂ ਲੈ ਕੇ ਕਾਲਜ ਸਟੱਡੀ PhD ਤੱਕ ਜੋ ਇਹ ਲਾਗੂ ਹੁੰਦੀ ਹੈ। ਸੋ ਇਸ ਬਾਰੇ ਜਾਣਨਾ ਸਾਨੂੰ ਸਭ ਨੂੰ ਬਹੁਤ ਜ਼ਰੂਰੀ ਹੈ, ਚਾਹੇ ਅਸੀਂ ਪੜ੍ਹ ਰਹੇ ਹਾਂ, ਚਾਹੇ ਸਾਡੇ ਬੱਚੇ ਪੜ੍ਹ ਰਹੇ ਆ, ਜਾਂ ਅੱਗੇ ਸਾਡੇ ਕੋਈ ਵੀ ਛੋਟੇ ਤੁਹਾਡੇ ਪੜ੍ਹ ਰਹੇ ਆ, ਤਾਂ ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਸ ਪਾਲਿਸੀ ਬਾਰੇ। ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਜਿਵੇਂ ਜਿਵੇਂ ਵੀਡੀਓ ਵਧੂਗੀ ਤੁਹਾਨੂੰ ਉਵੇਂ ਨੌਲੇਜ ਦਿੰਦਾ ਸਹੀ ਅਸੀਂ ਪੈਟਰਨ ਸਮਝਾਵਾਂਗੇ ਅੱਗੇ ਜਾ ਕੇ ਵੀਡੀਓ 'ਚ ਕਿ ਕਿਹੜੀ ਕਲਾਸ 'ਚ ਕਿੰਨੇ ਸਾਲ ਲੱਗਣੇ ਆ। ਸੋ ਸ਼ੁਰੂ ਕਰਦੇ ਹਾਂ ਜੀ ਟੌਪਿਕ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020। ਨੈਸ਼ਨਲ ਐਜੂਕੇਸ਼ਨ ਪੋਲਿਸੀ, ਜਿਹਨੂੰ NEPV ਵੀ ਕਿਹਾ ਜਾਂਦਾ, 2020। ਵਾਟ ਇਜ਼ ਦਾ ਨਿਊ ਐਜੂਕੇਸ਼ਨ ਪੋਲਿਸੀ 2020 ਸੌਰੀ। ਵਾਟ ਇਜ਼ ਨਿਊ ਐਜੂਕੇਸ਼ਨ ਪੋਲਿਸੀ 2020। ਨਵੀਂ ਸਿੱਖਿਆ ਨੀਤੀ ਕੀ ਹੈ, ਇਸ ਦੀ ਜ਼ਰੂਰਤ ਕਿਉਂ ਪਈ, ਆਓ ਜਾਣੀਏ। ਨਵੀਂ ਸਿੱਖਿਆ ਨੀਤੀ ਦੇਖੋ, ਜਿਵੇਂ ਜਿਵੇਂ ਸਮਾਂ ਲੰਘਦਾ ਹੈ, ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਬਦਲ ਗਈ। ਅਸੀਂ 5-10 ਸਾਲ ਪਿੱਛੇ ਦੀ ਨਿਗਾਹ ਮਾਰੀਏ ਤਾਂ ਹਰ ਚੀਜ਼ ਬਦਲ ਚੁੱਕੀ ਹੈ। ਉਸੇ ਤਰ੍ਹਾਂ ਜਿਹੜੀ ਸਿੱਖਿਆ ਨੀਤੀ ਨੂੰ ਬਦਲਣਾ ਬਹੁਤ ਜ਼ਰੂਰੀ ਹੋ ਚੁੱਕਿਆ ਸੀ, ਸਟੱਡੀ ਦੇ ਪੈਟਰਨ ਨੂੰ ਬਦਲਣਾ ਬਹੁਤ ਜ਼ਰੂਰੀ ਹੋ ਚੁੱਕਿਆ ਸੀ। ਸੋ ਇਸੇ ਲਈ ਨਵੀਂ ਸਿੱਖਿਆ ਨੀਤੀ ਜਿਹੜੀ ਬਣਾਈ ਗਈ, ਜੋ ਕਿ ਇਹ ਮੰਨਿਆ ਜਾਂਦਾ ਕਿ ਇਹਨੂੰ ਬਣਾਉਣ ਵਿੱਚ ਕਾਫੀ ਜ਼ਿਆਦਾ ਸਮਾਂ ਗੈਪ ਪੈ ਚੁੱਕਿਆ। ਨਵੀਂ ਸਿੱਖਿਆ ਨੀਤੀ 36 ਸਾਲਾਂ ਬਾਅਦ ਬਣੀ ਹੈ। ਅੱਜ ਤੋਂ 36 ਸਾਲ ਪਹਿਲਾਂ ਜਿਹੜੀ ਸਿੱਖਿਆ ਨੀਤੀ ਸਭ ਤੋਂ ਪਹਿਲੀ ਸੀ ਜਿਹੜੀ ਆਜ਼ਾਦੀ ਤੋਂ ਬਾਅਦ 1968 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੇਲੇ ਬਣੀ ਸੀ। ਦੂਜੀ ਸਿੱਖਿਆ ਨੀਤੀ ਜਿਹੜੀ ਕਿ ਹੁਣ ਸਾਡੇ 'ਤੇ ਲਾਗੂ ਸੀ, ਜੋ ਹੁਣ ਤੱਕ ਅਸੀਂ ਜਿਹਦੇ ਵਿੱਚ ਸਾਡੀ ਜਨਰੇਸ਼ਨ ਲਗਭਗ ਸਾਰੀ ਪੜ੍ਹੀ ਹੈ, ਉਹ ਸੀਗੀ 1986। ਉਸ ਤੋਂ ਬਾਅਦ ਨਵੀਂ ਸਿੱਖਿਆ ਨੀਤੀ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 'ਚ 2020 'ਚ ਬਣ ਚੁੱਕੀ ਹੈ। ਨਵੀਂ ਸਿੱਖਿਆ ਨੀਤੀ 2017 'ਚ ਬਣਾਉਣ ਲਈ ਡਾਕਟਰ ਕੇ ਕਸਤੂਰੀ ਰੰਗਨ ਦੀ ਚੇਅਰਮੈਨਸ਼ਿਪ 'ਚ ਕਮੇਟੀ ਬਣੀ, ਜਿਸ ਨੇ 2019 'ਚ ਰਿਪੋਰਟ ਦਿੱਤੀ। ਕੇ ਕਸਤੂਰੀ ਰੰਗਨ ਜੋ ਕਿ ਇਸਰੋ ਦੇ ਵੀ ਚੇਅਰਮੈਨ ਰਹਿ ਚੁੱਕੇ ਆ ਪਹਿਲਾਂ। ਸੋ ਯੂਨੀਅਨ ਕੈਬਨਿਟ ਵੱਲੋਂ ਇਹਨੂੰ 29 ਜੁਲਾਈ 2020 ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਇਹ MHRD ਦੀ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਜਿਸ ਦਾ ਨਵਾਂ ਨਾਮ ਮਿਨਿਸਟਰੀ ਆਫ ਐਜੂਕੇਸ਼ਨ ਹੋ ਚੁੱਕਿਆ, ਜੋ ਕਿ ਸੈਂਟਰ ਗੌਰਮੈਂਟ ਦੇ ਅੰਦਰ ਹੁੰਦੀ ਹੈ। ਸੋ ਆਓ ਸਭ ਤੋਂ ਇੰਪੋਰਟੈਂਟ ਚੀਜ਼ ਹੁਣ ਅਸੀਂ ਜਾਣਾਂਗੇ, ਜੋ ਕਿ ਇੱਕ ਬਹੁਤ ਆਮ ਭਾਸ਼ਾ 'ਚ ਮੈਂ ਸਮਝਾਊਂਗਾ ਤੁਹਾਨੂੰ ਇਹਦੇ ਪੈਟਰਨ ਬਾਰੇ। ਨਵਾਂ ਪੈਟਰਨ ਕੀ ਹੈ? ਐਂਟਰੀ ਉਮਰ 13 ਸਾਲ ਹੈ। ਨਵੀਂ ਸਿੱਖਿਆ ਨੀਤੀ ਦੇ ਵਿੱਚ 3 ਸਾਲ ਹੈ। ਨਵੀਂ ਸਿੱਖਿਆ ਨੀਤੀ 'ਚ 3 ਸਾਲ ਦੇ ਬੱਚੇ ਦੀ ਐਂਟਰੀ ਹੋਏਗੀ। ਉਸ ਤੋਂ ਬਾਅਦ ਇਹਦੇ ਵਿੱਚ 5-3-3-4 ਇਹ ਪੈਟਰਨ ਅਪਲਾਈ ਹੁੰਦਾ ਹੈ। ਇਹ ਕੀ ਹੈ? 12 ਸਾਲ ਦੀ ਸਕੂਲਿੰਗ ਹੋਵੇਗੀ, ਕੁੱਲ ਮਿਲਾ ਕੇ 15 ਸਾਲ ਦੀ ਪੜ੍ਹਾਈ 12ਵੀਂ ਤੱਕ ਹੋਵੇਗੀ। 5-3-8-3-11 ਅਤੇ 4 15 ਸਾਲ ਦੀ ਜਿਹੜੀ +2 ਤੱਕ ਦੀ ਪੜ੍ਹਾਈ ਕੰਪਲੀਟ ਹੋਊਗੀ। ਸੋ ਜਿਹੜੇ 5-3-3-4 ਦਾ ਫਾਰਮੂਲਾ, ਜਿਹੜਾ 5 ਸਾਲ ਤੱਕ ਦਾ ਫਾਊਂਡੇਸ਼ਨ ਸਟੇਜ ਮੰਨੀ ਜਾਊਗੀ। ਉਸ ਤੋਂ ਅਗਲੇ 3 ਸਾਲ ਹੈ ਜਿਹੜੀ ਪ੍ਰੈਪਰੇਟਰੀ ਸਟੇਜ ਮੰਨੀ ਜਾਊਗੀ। ਉਸ ਤੋਂ ਅੱਗੇ ਮਿਡਲ ਸਟੇਜ ਮੰਨੀ ਜਾਊ 3 ਸਾਲ ਦੀ ਇਹ ਵੀ। ਫਿਰ ਸੈਕੰਡਰੀ ਸਟੇਜ 4 ਸਾਲ ਦੀ। ਉਸ ਤੋਂ ਬਾਅਦ ਸੈਕੰਡਰੀ ਸਟੇਜ ਤੋਂ ਬਾਅਦ ਹੈ ਜਿਹੜਾ ਕਾਲਜ ਸਟਾਰਟ ਹੋ ਜਾਊਗਾ। ਸੋ ਇਹ ਜਿਹੜੀ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਸਮਝਣ ਵਾਲੀ, ਇਹ ਵਾਲੇ ਜਿਹੜੇ ਪੁਆਇੰਟ ਆ। ਕੀ ਹੈ 5-3-3-4 ਦਾ ਪੈਟਰਨ? ਨਵਾਂ ਪੈਟਰਨ ਸਮਝੋ। ਐਂਟਰੀ ਉਮਰ 3 ਸਾਲ, ਇੱਕ ਬੱਚਾ 3 ਸਾਲ ਦਾ ਹੈ, ਉਹ ਫਾਊਂਡੇਸ਼ਨ ਸਟੇਜ ਦੇ ਵਿੱਚ ਆਏਗਾ। ਸਭ ਤੋਂ ਪਹਿਲਾਂ ਤਾਂ ਫਾਊਂਡੇਸ਼ਨ ਸਟੇਜ 3 ਸਾਲ ਦੀ ਪ੍ਰੀ ਪ੍ਰਾਇਮਰੀ ਹੋਵੇਗੀ। 3 ਸਾਲ ਤੱਕ ਉਹ ਪ੍ਰੀ ਪ੍ਰਾਇਮਰੀ ਪੜ੍ਹੂਗਾ। ਪਹਿਲੇ 3 ਸਾਲ ਕੇਵਲ ਖੇਡਾਂ ਹੋਣਗੀਆਂ, ਨੋ ਬੈਗ, ਕੋਈ ਇਹਦੇ 'ਚ ਬੈਗ ਨਹੀਂ ਹੋਊਗਾ, ਕੋਈ ਹੋਮਵਰਕ ਨਹੀਂ ਹੋਊਗਾ, ਅਤੇ ਕੋਈ ਇਹਦੇ 'ਚ ਪੜ੍ਹਾਈ ਦਾ ਜ਼ਿਆਦਾ ਉਹਦੇ 'ਚ ਮਾਰਕਿੰਗ ਜਾਂ ਅਸੈਸਮੈਂਟ ਨਹੀਂ ਹੋਊਗੀ। ਇਹਦੇ 'ਚ ਕੇਵਲ ਖੇਡਾਂ ਹੋਣਗੀਆਂ। ਅਗਲੇ 2 ਸਾਲ ਫਸਟ ਅਤੇ ਸੈਕਿੰਡ ਕਲਾਸ ਜਿਹੜੀ ਉਹ ਪੜ੍ਹੂਗਾ। ਟੋਟਲ ਇਸ ਸਟੇਜ 'ਤੇ 5 ਸਾਲ ਲੱਗਣਗੇ। ਸੋ ਕੁੱਲ 5 ਸਾਲ ਦਾ ਸਮਾਂ ਇਹਦੇ ਵਿੱਚ ਲੱਗੂਗਾ। ਇਹ ਹੈ ਜੀ ਫਾਊਂਡੇਸ਼ਨ ਸਟੇਜ। ਉਸ ਤੋਂ ਅੱਗੇ ਆ ਜਾਂਦੀ ਪ੍ਰੈਪਰੇਟਰੀ ਸਟੇਜ, ਜਿਹੜੀ ਕਿ 3 ਸਾਲ ਦਾ ਸਮਾਂ। ਨਵਾਂ ਸਿੱਖਿਆ ਨੀਤੀ ਬਿਲਕੁਲ ਡਿਫਰੈਂਟ ਹੈ ਜੀ ਸਾਡੀ ਪ੍ਰੈਜੈਂਟ ਜੋ ਸਿੱਖਿਆ ਨੀਤੀ ਨਾਲੋਂ। ਇਹਦੇ ਵਿੱਚ 3 ਸਾਲਾਂ ਦੇ ਵਿੱਚ 3rd ਕਲਾਸ, 4th ਅਤੇ 5th, ਤੀਜੀ, ਚੌਥੀ ਅਤੇ 5ਵੀਂ ਕਲਾਸ ਇਹਦੇ ਵਿੱਚ ਪੜ੍ਹੀ ਜਾਊਗੀ। ਇਹਦੇ ਵਿੱਚ ਮਾਤ ਭਾਸ਼ਾ 'ਚ ਵੀ ਪੜ੍ਹ ਸਕਦਾ ਸਟੂਡੈਂਟ, ਚਾਹੇ ਰਾਸ਼ਟਰੀ ਭਾਸ਼ਾ ਚੁਣ ਕੇ। ਦੋਨੇ ਆਪਸ਼ਨਾਂ ਹੋਣਗੀਆਂ ਜਿਹਦੇ ਵਿੱਚ ਉਹ ਮਰਜ਼ੀ ਪੜ੍ਹ ਸਕਦਾ ਹੈ। ਉਸ ਤੋਂ ਬਾਅਦ ਤੀਸਰੀ ਸਟੇਜ ਆ ਜਾਂਦੀ ਹੈ ਜਿਹਦੇ 'ਚ ਮਿਡਲ ਸਟੇਜ।
ਇਹਦਾ ਪੈਟਰਨ ਹੈ ਜੀ 3 ਸਾਲ ਦਾ, ਮਿਡਲ ਸਟੇਜ ਦਾ 3 ਸਾਲ ਪੈਟਰਨ ਹੈ। ਇਹਦੇ ਵਿੱਚ 6ਵੀਂ 7ਵੀਂ ਅਤੇ 8ਵੀਂ ਇਹ 3 ਕਲਾਸਾਂ ਮਿਡਲ ਸਟੇਜ ਦੇ ਵਿੱਚ ਆਉਣਗੀਆਂ। ਇਹਦੇ ਵਿੱਚ 3 ਸਾਲ ਸਟੂਡੈਂਟ ਦੇ ਲੱਗਣੇ ਨੇ। ਇਹਦੇ ਵਿੱਚ ਕੰਪਿਊਟਰ ਸਟਾਰਟ ਹੋ ਜਾਊਗਾ। ਵੋਕੇਸ਼ਨਲ ਐਜੂਕੇਸ਼ਨ ਕਿੱਤੇ ਨਾਲ ਸੰਬੰਧਿਤ ਸਿੱਖਿਆ ਜਿਹੜੀ ਉਹ ਇਹ ਸਟੇਜ ਦੇ ਵਿੱਚ ਆ ਕੇ ਸਟਾਰਟ ਹੋ ਸਕਦੀ। ਪਹਿਲਾਂ 5 ਸਾਲ ਦਾ, ਫਿਰ 3 ਸਾਲ ਦਾ। ਉਸ ਤੋਂ ਬਾਅਦ ਜਦੋਂ 6ਵੀਂ ਕਲਾਸ 'ਚ ਬੱਚਾ ਹੋ ਜਾਊਗਾ ਤਾਂ 6ਵੀਂ ਕਲਾਸ ਦੇ ਵਿੱਚ ਉਹਨੂੰ ਕੰਪਿਊਟਰ, ਵੋਕੇਸ਼ਨਲ ਐਜੂਕੇਸ਼ਨ ਦੇ ਨਾਲ ਮੈਥ, ਸਾਇੰਸ ਅਤੇ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਊਗੀ। ਸੋ ਇਹ ਜਿਹੜਾ ਬੜਾ ਇੰਪੋਰਟੈਂਟ ਮਿਡਲ ਸਟੇਜ ਵਾਲਾ ਪੈਟਰਨ ਸਮਝਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਆ ਜੀ ਸੈਕੰਡਰੀ ਸਟੇਜ। ਸੈਕੰਡਰੀ ਸਟੇਜ ਦੇ ਵਿੱਚ ਕੀ ਕੀ ਚੇਂਜ ਹੁੰਦਾ ਹੈ ਦੇਖੋ। ਇਹ ਹੈਗੀ ਹੈ 4 ਸਾਲ ਦੀ, 9ਵੀਂ 10ਵੀਂ 11ਵੀਂ ਅਤੇ 12ਵੀਂ ਕਲਾਸ, ਇਹਨੂੰ ਸੈਕੰਡਰੀ ਸਟੇਜ ਕਿਹਾ ਜਾਊਗਾ। ਸੋ ਨਵੀਂ ਸਿੱਖਿਆ ਨੀਤੀ ਦੇ ਵਿੱਚ 4 ਸਟੇਜਾਂ ਜਿਹੜੀਆਂ ਬਣਾ ਦਿੱਤੀਆਂ ਗਈਆਂ। ਸੈਕੰਡਰੀ ਸਟੇਜ 4 ਸਾਲ ਦੀ ਹੈ। ਇਹਦੇ ਵਿੱਚ 9ਵੀਂ 10ਵੀਂ 11ਵੀਂ 12ਵੀਂ ਕਲਾਸ ਆ ਜਾਂਦੀ ਹੈ। ਇਹਦੇ 'ਚ ਸਟਰੀਮ ਸਿਸਟਮ ਹੁਣ ਖ਼ਤਮ ਹੋ ਚੁੱਕਿਆ। ਜਿਵੇਂ ਕਿ ਅਸੀਂ ਪਹਿਲਾਂ ਦੇਖਦੇ ਸੀ ਕਿ 10ਵੀਂ ਕਰਦੇ ਸੀ, +1 ਦੇ ਵਿੱਚ ਅਸੀਂ ਡਿਸਾਈਡ ਕਰਦੇ ਸੀ ਮੈਡੀਕਲ ਲੈਣਾ, ਆਰਟਸ ਲੈਣਾ, ਨੋਨ ਮੈਡੀਕਲ ਲੈਣਾ, ਜਿਵੇਂ ਕਿਸੇ ਦੀ ਚੋਇਸ ਸੀ ਉਸ ਤਰ੍ਹਾਂ ਸਬਜੈਕਟ ਲਏ ਜਾਂਦੇ ਸੀ। ਪਰ ਹੁਣ ਉਹ ਜਿਹੜਾ ਗਰੁੱਪ ਸਿਸਟਮ ਸੀਗਾ, ਨੋਨ ਮੈਡੀਕਲ ਮੈਡੀਕਲ, ਉਹ ਖ਼ਤਮ ਹੋ ਚੁੱਕਿਆ। ਤੁਸੀਂ ਕੋਈ ਵੀ ਸਬਜੈਕਟ ਜਿਹੜਾ ਆਰਟਸ 'ਚੋਂ ਵੀ ਲੈ ਸਕਦੇ ਹੋ, ਤੁਸੀਂ ਚਾਹੇ ਨੋਨ ਮੈਡੀਕਲ 'ਚੋਂ ਲੈ ਲਓ, ਚਾਹੇ ਇੱਕ ਮੈਡੀਕਲ 'ਚੋਂ ਲੈ ਲਓ, ਜਿਵੇਂ ਮਰਜ਼ੀ ਤੁਸੀਂ ਆਪਣਾ ਪੂਲ ਬਣਾ ਸਕਦੇ ਹੋ। ਪੂਲ ਸਿਸਟਮ ਇਹਨੂੰ ਕਿਹਾ ਜਾਊਗਾ। ਪੂਲ ਸਿਸਟਮ ਦੇ ਵਿੱਚ ਜਿਹੜਾ ਅੱਗੇ ਇਹਦੀਆਂ ਬਾਰੇ ਸਰਕਾਰ ਵੱਲੋਂ ਹਾਲੇ ਗਾਈਡਲਾਈਨਸ ਆਉਣੀਆਂ ਜ਼ਰੂਰੀ ਕਿ ਪੂਲ ਸਿਸਟਮ ਕਿਵੇਂ ਬਣੂਗਾ। ਸੋ ਇਹਦੇ ਵਿੱਚ ਇਹਦਾ ਸ਼ੋਰ ਹੈ ਕਿ ਇਹਦੇ ਵਿੱਚ ਜਿਹੜਾ ਸਟਰੀਮ ਸਿਸਟਮ ਖਤਮ ਹੋ ਚੁੱਕਿਆ। ਆਰਟਸ, ਨੋਨ ਮੈਡੀਕਲ, ਮੈਡੀਕਲ, ਉਹ ਚੀਜ਼ ਖਤਮ ਹੋ ਚੁੱਕੀ ਹੈ। ਤੁਸੀਂ ਚੋਇਸ ਦਾ ਕੋਈ ਵੀ ਸਬਜੈਕਟ, ਕਿੰਨੇ ਵੀ ਸਬਜੈਕਟ ਪੜ੍ਹ ਸਕਦੇ ਹੋ। ਮਲਟੀਪਲ ਸਬਜੈਕਟ ਸਿਸਟਮ, ਕਈ ਵਿਸ਼ੇ ਪੜ੍ਹ ਸਕਦੇ ਹੋ। ਵਿਦੇਸ਼ੀ ਭਾਸ਼ਾ ਸੈਕੰਡਰੀ ਸਟੇਜ 'ਚ ਜਿਹੜੀ ਤੁਸੀਂ ਫੋਰਨ ਲੈਂਗੁਏਜਸ ਪੜ੍ਹ ਸਕਦੇ ਹੋ, ਇਹਦੇ ਸਬਜੈਕਟਾਂ ਦੇ ਵਿੱਚ ਉਹ ਆ ਜਾਣਗੀਆਂ। ਐਨੂਅਲ ਸਿਸਟਮ ਖਤਮ ਹੋ ਚੁੱਕਿਆ ਜੀ। ਜਿਹੜੀ ਪੜ੍ਹਾਈ ਹੋਊਗੀ ਐਨੂਅਲ ਸਿਸਟਮ ਦੇ ਵਿੱਚ ਨਹੀਂ ਹੋਊਗੀ। ਉਹ ਇੱਕ ਕੀ ਨਾਮ ਲੈਂਦੇ ਸਮੈਸਟਰ ਸਿਸਟਮ 'ਚ ਜਿਹੜੀ ਪੜ੍ਹਾਈ ਹੋਊਗੀ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਹਰ 6 ਮਹੀਨੇ ਬਾਅਦ ਪੇਪਰ ਹੋਣਗੇ ਬੱਚਿਆਂ ਦੇ। ਸੋ ਇਹਦੇ ਵਿੱਚ ਰੀਐਂਟਰੀ ਕਿਸੇ ਵੀ ਸਟੇਜ 'ਤੇ ਹੋ ਸਕਦੀ ਹੈ। ਇਹ ਹੈਗੀ ਗ੍ਰੈਜੂਏਸ਼ਨ ਬਾਰੇ ਇੱਕ ਪੁਆਇੰਟ ਹੈ ਜੀ ਇਹ ਵਾਲੇ, ਠੀਕ ਹੈ। ਗ੍ਰੈਜੂਏਸ਼ਨ ਦੇ ਵਿੱਚ ਕੀ ਹੈ, ਪਹਿਲਾਂ ਕੀ ਹੁੰਦਾ ਸੀ, ਕੋਈ ਸਟੂਡੈਂਟ ਨੇ ਫਸਟ ਈਅਰ ਕੀਤੀ, ਸੈਕਿੰਡ ਈਅਰ ਕੀਤੀ, ਉਸ ਤੋਂ ਬਾਅਦ ਉਹ ਪੜ੍ਹਾਈ ਛੱਡ ਗਿਆ ਤਾਂ ਉਹ ਖਤਮ ਹੁੰਦੀ ਉੱਥੇ। ਉਸ ਤੋਂ ਬਾਅਦ ਉਹ BA ਉਹਦੀ ਖਤਮ ਮੰਨੀ ਜਾਂਦੀ ਸੀ, ਉਹਦੀ ਕੋਈ ਵੈਲਿਊ ਨਹੀਂ ਸੀ, ਉਹ ਗ੍ਰੈਜੂਏਟ ਨਹੀਂ ਗਿਣਿਆ ਜਾਂਦਾ ਸੀ। ਪਰ ਨਵੀਂ ਐਜੂਕੇਸ਼ਨ ਪੋਲਿਸੀ ਦੇ ਵਿੱਚ ਇਹਦੇ ਵਿੱਚ ਬੜਾ ਵਧੀਆ ਇਹਨਾਂ ਨੇ ਸੁਧਾਰ ਕੀਤਾ ਹੈ। ਇਹਦੇ ਵਿੱਚ ਇਹ ਹੈ ਕਿ BA ਫਸਟ ਈਅਰ ਦਾ ਜੇ ਤੁਸੀਂ ਕਰਕੇ ਪੜ੍ਹਾਈ ਛੱਡ ਦਿੰਦੇ ਹੋ ਤਾਂ ਤੁਹਾਨੂੰ 1 ਸਾਲ ਦਾ ਸਰਟੀਫਿਕੇਟ ਮੰਨਿਆ ਜਾਏਗਾ, ਜੋ ਕਿ ਇੱਕ ਵੈਲਿਡ ਐਜੂਕੇਸ਼ਨ ਮੰਨੀ ਜਾਊਗੀ। ਉਸ ਤੋਂ ਬਾਅਦ ਸੈਕਿੰਡ ਈਅਰ ਜੇ ਤੁਸੀਂ ਕਰਕੇ ਛੱਡ ਦਿੰਦੇ ਹੋ ਫਸਟ ਈਅਰ ਸੈਕਿੰਡ ਈਅਰ ਤਾਂ ਡਿਪਲੋਮਾ ਮੰਨਿਆ ਜਾਊਗਾ। ਥਰਡ ਈਅਰ ਕਰਦੇ ਹੋ ਤਾਂ ਤੁਹਾਨੂੰ BA ਦੀ ਡਿਗਰੀ ਮਿਲੂਗੀ। ਜੇ ਤੁਸੀਂ 4 ਸਾਲ ਪੂਰੇ ਕਰਦੇ ਹੋ, ਗ੍ਰੈਜੂਏਸ਼ਨ ਹੈ ਜਿਹੜੀ ਉਹ ਪਹਿਲਾਂ 3 ਸਾਲ ਦੀ ਸੀ, ਹੁਣ ਜਿਹੜੀ ਗ੍ਰੈਜੂਏਸ਼ਨ ਵੈਲਿਡ ਹੈ ਜੀ ਉਹ 4 ਸਾਲ ਦੀ ਹੋ ਜਾਵੇਗੀ ਇਹਦੇ 'ਚ। ਸੋ ਇਹਦੇ ਵਿੱਚ ਗ੍ਰੈਜੂਏਸ਼ਨ ਰਿਸਰਚ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਜੇ ਤੁਸੀਂ 4 ਸਾਲ ਦੀ ਪੜ੍ਹਾਈ ਪੂਰੀ ਕਰਦੇ ਹੋ। ਪਰ ਕਿਸੇ ਵੀ ਸਟੇਜ 'ਤੇ ਤੁਸੀਂ ਪੜ੍ਹਾਈ ਛੱਡ ਸਕਦੇ ਹੋ, ਕਿਸੇ ਵੀ ਸਟੇਜ 'ਤੇ ਤੁਸੀਂ ਉਹ ਰੀਐਂਟਰੀ ਲੈ ਸਕਦੇ ਹੋ ਦੁਬਾਰਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ 2 ਸਾਲ ਦਾ ਸਿਸਟਮ ਹੈ, 1 ਸਾਲ ਅਤੇ 2 ਸਾਲ। ਪਹਿਲਾਂ ਕੀ ਸੀ ਕਿ ਫਿਕਸ ਸੀ ਕਿ 2 ਸਾਲ ਦੀ ਜਿਹੜੀ ਪੋਸਟ ਗ੍ਰੈਜੂਏਸ਼ਨ ਹੁੰਦੀ ਸੀ, ਪਰ ਹੁਣ ਨਵੀਂ ਸਿੱਖਿਆ ਨੀਤੀ 2020 ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਦੇ ਵਿੱਚ ਪੋਸਟ ਗ੍ਰੈਜੂਏਸ਼ਨ 2 ਸਾਲ 2 ਤਰ੍ਹਾਂ ਦੀ ਹੈ। ਜਿਹੜੇ ਵਿਦਿਆਰਥੀ BA 3 ਸਾਲ ਕਰਕੇ ਪੋਸਟ ਗ੍ਰੈਜੂਏਸ਼ਨ ਕਰੂਗਾ ਉਹਦੇ ਲਈ ਪੋਸਟ ਗ੍ਰੈਜੂਏਸ਼ਨ 2 ਸਾਲ ਦੀ ਹੋਊਗੀ, ਅਤੇ ਜੋ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ 4 ਸਾਲ ਦੀ ਕਰੂਗਾ ਉਹਦੇ ਲਈ 1 ਸਾਲ ਦੀ ਹੋਏਗੀ। ਸੋ ਇਹਦੇ ਵਿੱਚ ਜਿਵੇਂ ਕਿ ਪਹਿਲਾਂ ਚੱਲਦਾ ਸੀ ਸਾਡੇ BA, BCom, BSc, ਉਹ ਸਭ ਚੀਜ਼ ਖਤਮ ਹੋ ਚੁੱਕੀ ਹੈ। ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ ਇਹ ਚੀਜ਼ਾਂ ਆਉਣਗੀਆਂ। ਸੋ ਇਹ ਪੁਆਇੰਟ ਕਲੀਅਰ ਹੈ ਜੀ। ਉਸ ਤੋਂ ਬਾਅਦ ਪਹਿਲਾਂ ਅਸੀਂ ਜਿਹੜਾ ਫਾਊਂਡੇਸ਼ਨ ਬਾਰੇ ਪੜ੍ਹਿਆ, ਪ੍ਰੈਪਰੇਟਰੀ ਸਟੇਜ, ਮਿਡਲ ਸਟੇਜ ਅਤੇ ਫਾਈਨਲ ਸਟੇਜ ਅਸੀਂ ਉਹਦੇ ਬਾਰੇ ਪੜ੍ਹਿਆ। ਉਸ ਤੋਂ ਬਾਅਦ ਅਸੀਂ ਗ੍ਰੈਜੂਏਸ਼ਨ ਬਾਰੇ ਪੜ੍ਹਿਆ। ਹੁਣ ਅਸੀਂ ਪੋਸਟ ਗ੍ਰੈਜੂਏਸ਼ਨ ਬਾਰੇ ਗੱਲ ਕਰਨ ਜਾ ਰਹੇ ਹਾਂ। ਨਵੀਂ ਸਿੱਖਿਆ ਨੀਤੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਬਾਰੇ ਕੀ ਪੋਲਿਸੀ ਬਣਾਈ ਗਈ ਹੈ। MPhil ਦੀ ਡਿਗਰੀ ਖਤਮ ਹੋ ਚੁੱਕੀ ਹੈ ਜੀ, ਡਿਗਰੀ ਖਤਮ ਕਰ ਦਿੱਤੀ ਗਈ ਹੈ। PhD ਹੈ ਜਿਹੜੀ ਉਹ 4 ਸਾਲਾਂ ਦੀ ਹੋਵੇਗੀ। ਮਤਲਬ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਕਰ ਲੈਂਦੇ ਤਾਂ ਉਸ ਤੋਂ ਬਾਅਦ ਤੁਹਾਨੂੰ MPhil ਕਰਨ ਦੀ ਲੋੜ ਨਹੀਂ, ਸਿੱਧਾ ਤੁਸੀਂ PhD ਕਰ ਸਕਦੇ ਹੋ। ਪੁਰਾਣੇ ਸਿਸਟਮ ਵਿੱਚ ਬੱਚੇ ਦੇ ਸਿਲੇਬਸ ਦੇ ਆਧਾਰ 'ਤੇ ਨੰਬਰ ਜਾਂ ਗ੍ਰੇਡਿੰਗ ਦਿੱਤੀ ਜਾਂਦੀ ਸੀ। ਅਸੀਂ ਸਾਰਾ ਸਾਲ ਪੜ੍ਹਦੇ ਸੀ, ਉਸ ਤੋਂ ਬਾਅਦ ਪੇਪਰ ਹੁੰਦੇ ਸੀ, ਉਹਨਾਂ ਦੇ ਆਧਾਰ 'ਤੇ ਸਾਡੇ ਨੰਬਰ ਲੱਗਦੇ ਸੀ ਜਾਂ ਗ੍ਰੇਡਿੰਗ ABCD ਜੋ ਵੀ ਗ੍ਰੇਡ ਲੱਗਦਾ ਸੀ। ਪਰ ਹੁਣ ਪੜ੍ਹਾਈ ਤੋਂ ਬਿਨਾਂ ਬਾਕੀ ਐਕਟੀਵਿਟੀਜ਼ ਜਿਵੇਂ ਕਿ ਸਾਡੀਆਂ ਖੇਡਾਂ, ਸਾਡਾ ਬਿਹੇਵੀਅਰ, ਹਰ ਚੀਜ਼ ਹੈ ਜਿਹੜੀ ਉਹ ਸਾਡੇ ਨੰਬਰਾਂ ਦੇ ਅੰਦਰ ਕਾਊਂਟ ਹੋਊਗੀ।
ਓਵਰਆਲ ਪ੍ਰੋਗਰੈਸ ਦੇਖੀ ਜਾਊਗੀ, ਜਿਹਦੇ ਵਿੱਚ ਸਾਰੀਆਂ ਐਕਟੀਵਿਟੀਜ਼ ਸ਼ਾਮਿਲ ਰਹਿਣਗੀਆਂ। ਇਹ ਸਕੂਲ ਲੈਵਲ 'ਤੇ ਵੀ ਹੋਊਗਾ ਔਰ ਕਾਲਜ ਲੈਵਲ 'ਤੇ ਵੀ। ਇਹਦੇ ਵਿੱਚ ਬੱਚਾ ਖੁਦ ਵੀ ਆਪਣੀ ਅਸੈਸਮੈਂਟ ਕਰੂਗਾ, ਖੁਦ ਆਪਣੇ ਨੰਬਰ ਵੀ ਲਾਏਗਾ। ਸੋ ਇਹ ਸੀ ਸਾਡੀ ਸਿੱਖਿਆ ਨੀਤੀ, ਜੋ ਨਵੀਂ ਸਿੱਖਿਆ ਨੀਤੀ ਜਿਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ। ਜੇ ਤੁਹਾਨੂੰ ਕੁਛ ਵੀ ਪੁਆਇੰਟ ਸਮਝ ਨਹੀਂ ਆਉਂਦਾ ਤਾਂ ਵੀਡੀਓ ਦੁਬਾਰਾ ਦੇਖੋ। ਇਸੇ ਦਾ ਅਸੀਂ ਇੰਗਲਿਸ਼ ਅਤੇ ਹਿੰਦੀ ਵਰਜ਼ਨ ਵੀ ਜ਼ਰੂਰ ਲੈ ਕੇ ਆਵਾਂਗੇ। ਸੋ ਇਹਦੇ ਤਹਿਤ ਕਈ ਨਵੀਆਂ ਇੰਸਟੀਚਿਊਸ਼ਨ ਸੰਸਥਾਵਾਂ ਵੀ ਸ਼ੁਰੂ ਹੋ ਰਹੀਆਂ। ਇੰਡੀਅਨ ਇੰਸਟੀਚਿਊਟ ਆਫ ਟਰਾਂਸਲੇਸ਼ਨ ਇੰਟਰਪ੍ਰੀਟੇਸ਼ਨ, ਸਿੱਖਿਆ ਸਥਾਨਾਂ ਅਤੇ ਭਾਸ਼ਾਵਾਂ ਨੂੰ ਪ੍ਰਮੋਟ ਕਰਨ ਲਈ ਵੱਖ-ਵੱਖ ਦੇਸ਼ਾਂ ਦੀਆਂ, ਵੱਖ-ਵੱਖ ਰਾਜਾਂ ਦੀਆਂ ਭਾਸ਼ਾਵਾਂ, ਸੰਸਕ੍ਰਿਤ, ਪਾਲੀ, ਸਾਰੀਆਂ ਭਾਸ਼ਾਵਾਂ ਇਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਸੋ ਨੈਸ਼ਨਲ NAAC ਐਂਡ ਨੈਸ਼ਨਲ ਐਕਰੀਡੇਸ਼ਨ ਕਾਊਂਸਲ, ਹਾਇਰ ਐਜੂਕੇਸ਼ਨ ਗ੍ਰਾਂਟਸ ਕਾਊਂਸਲ for funding and financing of universities and colleges. This will replace the existing National Council of Teacher and Education NCTE ਦਾ ਜਿਹੜਾ ਨਵਾਂ ਨਾਮ ਇਹ ਬਣ ਜਾਏਗਾ। All India Council for Technical Education and the University Grants Commission. ਸੋ ਇਹ ਚੀਜ਼ਾਂ ਜਿਹੜੀਆਂ ਨਵੀਆਂ ਆ ਰਹੀਆਂ, ਇਹਦੇ ਵਿੱਚ ਅਸੀਂ ਪਾਰਟ 2 ਵੀ ਅੱਗੇ ਕੁਛ ਵੀ ਨਵੀਂ ਸਿੱਖਿਆ ਨੀਤੀ ਸਰਕਾਰ ਵੱਲੋਂ ਹੋਰ ਕੋਈ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਉਹ ਲੈ ਕੇ ਆਵਾਂਗੇ। ਫਿਲਹਾਲ ਇਹ ਜਾਣਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਕਿ ਜੋ ਨਵੀਂ ਸਿੱਖਿਆ ਨੀਤੀ ਹੈ ਉਹ ਓਵਰਆਲ ਇਹੀ ਹੈ ਜੋ ਤੁਹਾਨੂੰ ਸਮਝਾਇਆ ਗਿਆ। ਸੋ ਬਹੁਤ ਬਹੁਤ ਧੰਨਵਾਦ। ਹੋਰ ਅੱਗੇ ਆਉਣ ਵਾਲੇ ਸਮੇਂ ਸੂਚਨਾਵਾਂ ਲੈਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ। ਥੈਂਕ ਯੂ ਜੀ। JJ ਐਗਜ਼ਾਮ ਸਟੱਡੀ ਚੰਡੀਗੜ੍ਹ।